ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਚੈਪਟਰ ਪ੍ਰਸਤਾਵਨਾ ਦੇ ਕੁਝ ਇੰਪੋਰਟੈਂਟ ਕੁਐਸਚਨ ਆਂਸਰ ਦੇ ਵੀਡੀਓ ਵਿੱਚ। ਤੇ ਸ਼ੁਰੂ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ, ਪ੍ਰਸਤਾਵਨਾ ਦਾ ਕੀ ਅਰਥ ਹੈ? ਉੱਤਰ ਹੈ, ਕਿਸੇ ਦਸਤਾਵੇਜ਼, ਭਾਸ਼ਣ ਜਾਂ ਲੇਖ ਦੇ ਮੁੱਢਲੇ ਜਾਣ ਪਛਾਣ ਦੇਣ ਵਾਲੇ ਕਥਨ ਨੂੰ ਪ੍ਰਸਤਾਵਨਾ ਕਿਹਾ ਜਾਂਦਾ ਹੈ। ਬੇਸਿਕਲੀ ਪ੍ਰਸਤਾਵਨਾ ਸੰਵਿਧਾਨ ਜਿਹੜਾ ਕਿ ਬੇਸਿਕ ਲਾ ਦੀ ਬੁੱਕ ਹੁੰਦੀ ਹੈ ਕਿਸੇ ਦੇਸ਼ ਦੀ, ਉਸ ਦੇ ਉਦੇਸ਼ ਨੂੰ ਪ੍ਰੈਜ਼ੈਂਟ ਕਰਦਾ, ਉਸ ਦੀ ਜਾਣ ਪਛਾਣ ਦਿੰਦਾ ਹੈ ਕਿ ਕੀ ਉਦੇਸ਼ ਹੈ, ਅਤੇ ਇਹ ਪ੍ਰਸਤਾਵਨਾ ਹੈ। ਦੂਸਰਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸਮਾਜਵਾਦੀ ਅਤੇ ਧਰਮ ਨਿਰਪੱਖ ਸ਼ਬਦ ਕਦੋਂ ਜੋੜੇ ਗਏ? ਅਤੇ 1976 ਵਿੱਚ 42ਵੀਂ ਸੋਧ ਕਰਕੇ ਸਮਾਜਵਾਦੀ ਅਤੇ ਧਰਮ ਨਿਰਪੱਖ ਸ਼ਬਦ ਜੋੜੇ ਗਏ। ਤੀਸਰਾ ਪ੍ਰਸ਼ਨ ਹੈ, ਭਾਰਤ ਇੱਕ ਸੰਪੂਰਨ ਪ੍ਰਭੂਸੱਤਾ ਗਣਰਾਜ ਹੈ, ਦੱਸੋ ਕਿਵੇਂ? ਉੱਤਰ, ਭਾਰਤ ਇੱਕ ਸੰਪੂਰਨ ਪ੍ਰਭੂਸੱਤਾ ਗਣਰਾਜ ਹੈ ਕਿਉਂਕਿ ਇੱਥੇ ਰਾਜ ਦੇ ਪ੍ਰਧਾਨ ਦਾ ਅਹੁਦਾ ਜੱਦੀ ਜਾਂ ਪੁਸ਼ਤੈਨੀ ਨਹੀਂ ਹੁੰਦਾ ਹੈ, ਸਗੋਂ ਉਹ ਰਾਸ਼ਟਰਪਤੀ ਇੱਕ ਨਿਸ਼ਚਿਤ ਸਮੇਂ ਲਈ ਜਨਤਾ ਦੇ ਨੁਮਾਇੰਦੇ ਦੁਆਰਾ ਚੁਣਿਆ ਜਾਂਦਾ ਹੈ, ਇੰਡਾਇਰੈਕਟਲੀ ਜਨਤਾ ਦੁਆਰਾ ਹੀ ਚੁਣਿਆ ਜਾਂਦਾ ਹੈ। ਇਸ ਪ੍ਰਕਾਰ ਇਹ ਭਾਰਤ ਇੱਕ ਸੰਪੂਰਨ ਪ੍ਰਭੂਸੱਤਾ ਸੰਪੰਨ ਗਣਰਾਜ ਹੈ ਔਰ ਪ੍ਰਭੂਸੱਤਾ ਲੋਕਾਂ ਦੇ ਹੱਥ ਵਿੱਚ ਹੈ। ਅਗਲਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਲਿਖੋ। ਉੱਤਰ, ਸਮਾਨਤਾ ਅਤੇ ਸੁਤੰਤਰਤਾ। ਨੈਕਸਟ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੀ ਮਹੱਤਤਾ ਦੇ ਦੋ ਸਿਰਲੇਖ ਲਿਖੋ। ਉੱਤਰ, ਪ੍ਰਸਤਾਵਨਾ ਸੰਵਿਧਾਨ ਦੀ ਪ੍ਰੇਰਣਾ ਅਤੇ ਪ੍ਰਾਣ ਹੈ। ਦੂਸਰਾ, ਪ੍ਰਸਤਾਵਨਾ ਸੰਵਿਧਾਨ ਦੀ ਆਤਮਾ ਹੈ। ਅਗਲਾ ਪ੍ਰਸ਼ਨ ਹੈ, ਪ੍ਰਸਤਾਵਨਾ ਵਿੱਚ ਕਿਸ ਤਰ੍ਹਾਂ ਦੇ ਨਿਆਂ ਦਾ ਵਰਣਨ ਕੀਤਾ ਗਿਆ? ਉੱਤਰ, ਪ੍ਰਸਤਾਵਨਾ ਵਿੱਚ ਸਮਾਜਿਕ, ਆਰਥਿਕ, ਰਾਜਨੀਤਿਕ ਨਿਆਂ ਦਾ ਵਰਣਨ ਕੀਤਾ ਗਿਆ। ਅਗਲਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ? ਅਤੇ 22 ਭਾਸ਼ਾਵਾਂ ਨੂੰ। ਅਗਲਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਅਖੰਡਤਾ ਸ਼ਬਦ ਕਿਸ ਸੰਵਿਧਾਨਿਕ ਸੋਧ ਦੁਆਰਾ ਸ਼ਾਮਿਲ ਕੀਤਾ ਗਿਆ ਸੀ? 42ਵੀਂ ਸੋਧ ਰਾਹੀਂ 1976 'ਚ। ਅਗਲਾ ਪ੍ਰਸ਼ਨ ਹੈ, ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ? ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਅਗਲਾ ਪ੍ਰਸ਼ਨ ਹੈ, ਕਿਸੇ ਦੇਸ਼ ਨੇ ਸਭ ਤੋਂ ਪਹਿਲਾਂ ਪ੍ਰਸਤਾਵਨਾ ਆਪਣੇ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਸੀ? ਉੱਤਰ ਹੈ, ਸੰਯੁਕਤ ਰਾਜ ਅਮਰੀਕਾ ਨੇ, ਦੈਟ ਇਜ਼ USA। ਦੋਸਤੋ, ਆਓ ਕਰਦੇ ਹਾਂ ਕੁਛ 4 ਅੰਕਾਂ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ, ਪ੍ਰਸਤਾਵਨਾ ਤੋਂ ਕੀ ਭਾਵ ਹੈ? ਉੱਤਰ ਹੈ, ਪ੍ਰਸਤਾਵਨਾ ਇੱਕ ਘੋਸ਼ਣਾ ਪੱਤਰ ਹੁੰਦਾ ਹੈ ਜਿਸ ਨੂੰ ਸੰਵਿਧਾਨ ਦੇ ਆਰੰਭ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਪ੍ਰਸਤਾਵਨਾ ਵਿੱਚ ਸੰਵਿਧਾਨ ਦੇ ਆਦਰਸ਼, ਹੁਣ ਕੀ ਹੈ? ਸਭ ਤੋਂ ਪਹਿਲਾਂ ਦੇਖ ਲਓ, ਘੋਸ਼ਣਾ ਪੱਤਰ ਹੈ ਔਰ ਸ਼ਾਮਿਲ ਕਿੱਥੇ ਹੁੰਦਾ? ਸੰਵਿਧਾਨ ਦੇ ਆਰੰਭ ਵਿੱਚ। ਇਹ ਆਦਰਸ਼ਾਂ, ਮੌਲਿਕ ਉਦੇਸ਼ਾਂ, ਸਿਧਾਂਤਾਂ ਆਦਿ ਦਾ ਵਰਣਨ ਹੁੰਦਾ ਹੈ। ਪ੍ਰਸਤਾਵਨਾ ਇੱਕ ਤਰ੍ਹਾਂ ਦੀ ਗਾਗਰ ਹੁੰਦੀ ਹੈ ਜਿਸ ਵਿੱਚ ਸੰਵਿਧਾਨ ਰੂਪੀ ਸਾਗਰ ਨੂੰ ਭਰਿਆ ਜਾਂਦਾ ਹੈ। ਪ੍ਰਸਤਾਵਨਾ ਇੱਕ ਤਰ੍ਹਾਂ ਨਾਲ ਸੰਵਿਧਾਨ ਦਾ ਨਿਚੋੜ ਹੈ, ਸੰਵਿਧਾਨ ਦਾ ਨਿਚੋੜ ਆਪਾਂ ਕਹਿ ਸਕਦੇ ਜਾਂ ਸਾਰਾਂਸ਼ ਹੈ। ਪ੍ਰਸਤਾਵਨਾ ਨੂੰ ਸੰਵਿਧਾਨ ਦੀ ਆਤਮਾ, ਕੁੰਜੀ, ਉਦੇਸ਼, ਸ਼ੀਸ਼ਾ ਕਿਹਾ ਜਾਂਦਾ ਹੈ। ਯਾਦ ਰੱਖਣਾ, ਉਦੇਸ਼ ਕਿਹਾ ਜਾਂਦਾ। ਪ੍ਰਸਤਾਵਨਾ ਦੇ ਦੁਆਰਾ ਸੰਵਿਧਾਨ ਘੜਨਹਾਰਿਆਂ ਦੀਆਂ ਭਾਵਨਾਵਾਂ ਅਤੇ ਦ੍ਰਿਸ਼ਟੀਕੋਣ ਨੂੰ ਵੀ ਆਸਾਨੀ ਨਾਲ ਜਾਣਿਆ ਜਾ ਸਕਦਾ ਹੈ। ਭਾਰਤ ਦਾ ਸੰਵਿਧਾਨ ਵੀ ਪ੍ਰਸਤਾਵਨਾ ਨਾਲ ਹੀ ਸ਼ੁਰੂ ਹੁੰਦਾ ਹੈ। ਸੰਯੁਕਤ ਰਾਜ ਅਮਰੀਕਾ ਦੁਨੀਆ ਦਾ ਪਹਿਲਾ ਦੇਸ਼ ਸੀ ਜਿਸ ਸੰਵਿਧਾਨ ਦੇ ਆਰੰਭ ਵਿੱਚ ਸਭ ਤੋਂ ਪਹਿਲਾਂ ਪ੍ਰਸਤਾਵਨਾ ਨੂੰ ਸ਼ਾਮਿਲ ਕੀਤਾ ਸੀ। ਅਤੇ ਇਹ ਸੀ ਪਹਿਲੇ ਪ੍ਰਸ਼ਨ ਦਾ ਉੱਤਰ। ਪਹਿਲਾ ਪ੍ਰਸ਼ਨ, ਪ੍ਰਸਤਾਵਨਾ ਤੋਂ ਕੀ ਭਾਵ? ਦੂਸਰੇ ਪ੍ਰਸ਼ਨ ਤੇ ਆਉਂਦੇ ਆਪਾਂ, ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਦਾ ਕੀ ਅਰਥ ਹੈ? ਹੁਣ ਇਸ ਨੂੰ ਪੜ੍ਹਨ ਲਈ ਪਹਿਲਾਂ ਦੇਖਦੇ ਹਾਂ। ਅਸੀਂ ਜਾਣਦੇ ਹਾਂ ਕਿ ਸੰਯੁਕਤ ਰਾਜ ਅਮਰੀਕਾ ਸੰਸਾਰ ਦਾ ਪਹਿਲਾ ਦੇਸ਼ ਹੈ ਜਿਸ ਨੇ
सब तो पहला अपने संविधान के आरंभ विच प्रस्तावना नूं शामिल किया। भारत ने भी संयुक्त राज्य अमरीका तो प्रेरणा लैके संविधान के आरंभ विच प्रस्तावना नूं शामिल किया। भारत के पहले प्रधानमंत्री श्री जवाहर लाल नेहरू जी ने 13 दिसंबर 1946 ਨੂੰ संविधान सभा ਵਿੱਚ उद्देश्य प्रस्ताव पेश किया ਸੀ, यानी कि संविधान का की उद्देश्य होएगा, जिस संविधान का सभा द्वारा 22 जनवरी 1947 ਨੂੰ सर्वसम्मति नाल पास कर दिता गया ਸੀ। यह उद्देश्य प्रस्ताव ही अगे चल के संविधान की प्रस्तावना बन गया। तो भारत के संविधान की प्रस्तावना असी भारत के लोक शब्दों तो शुरू होंदी है। संविधान के लागू होने तो लैके हुण तक संविधान की प्रस्तावना नूं एक बार शोध किया गया, एक बार उहदे अमेंडमेंट की गई, बदलाव किया गया है, और उसी 42वीं शोध 1976 विच प्रस्तावना विच समाजवादी, धर्मनिरपख अते अखंडता शब्दां नूं जोड़िया गया सी। इस प्रकार ये शब्द मिलके संविधान नूं कंप्लीट मीनिंग दिंदे आ। तो भारत के संविधान का अर्थ है कि भी भारत का उद्देश्य की है और किस तरह ये सारे समानता, न्याय और भ्रातृभाव और अखंडता बना कर रखेगा देश था। अगले प्रश्न पे चलते हैं। भारत के संविधान की प्रस्तावना में शामिल संविधान के उद्देश्य किहड़े हैं? संविधान के उद्देश्य की गल करते हैं तो न्याय उद्देश्य है, समानता स्वतंत्रता उद्देश्य है, विचार प्रकट करने की स्वतंत्रता, व्यक्ति नूं मौके की बराबरी की स्वतंत्रता, व्यक्ति नूं सम्मान भरिया गौरवशाली जीवन जीवन का अधिकार, और इस तो अलावा उद्देश्य है धर्मनिरपखता, भ्रातृभाव। ये सारे मिलके उद्देश्य बनता संविधान का। अगला प्रश्न है, भारत के संविधान की प्रस्तावना की महत्ता बारे लिखो। महत्ता की है? महत्ता तो कानूनी पक्ष तो प्रस्तावना संविधान का हिस्सा नहीं है और ना ही अदालत द्वारा इसनूं लागू करवाया जा सकता है, परंतु फिर भी भारतीय संविधान विच इसकी काफ़ी महत्ता है। इस विच उस सारे आदर्श और उद्देश्य दिते गए हैं जिन्होंने आधार बना के सरकारी काम करते हैं। प्रस्तावना विच भारत नूं संपूर्ण प्रभुसत्ता, संपूर्ण समाजवादी, धर्मनिरपख, लोकतंत्रिक गणराज घोषित किया गया है। प्रस्तावना विच समानता, भाईचारा, राष्ट्रीय एकता, अखंडता नूं कायम करन दा विश्वास भी दिता गया है। इस विच नागरिकां नूं हर प्रकार के न्याय का वचन दिता गया है। प्रस्तावना की शुरुआत असी भारत के लोक शब्द नाल किया गया है तो इस गल वाल इशारा किया गया इस तो कि सत्ता का असली सोमा लोग हैं, प्रभुसत्ता उत्ते लोगों का अधिकार है। प्रस्तावना सारे लिए मददगार है और सारे लिए मार्गदर्शक का काम भी करती है, तो सरकार नूं लोगों की भलाई लिए काम करने लिए प्रेरती भी है। कई बार अदालतों में भी अजिहे मसले आ जाते हैं जिन्हों का व्याख्या करते समय जजां द्वारा प्रस्तावना नूं आधार बनाया जाता है, तो प्रस्तावना नूं बेसिक स्ट्रक्चर का हिस्सा भी मन्निया जाता है। तो इस प्रकार असीं देखते हैं कि प्रस्तावना भावें संविधान का बेस पार्ट ना होंदे हुए भी बहुत इंपोर्टेंट महत्वपूर्ण पार्ट है। तो ये सन कुछ क्वेश्चन साडे चैप्टर प्रस्तावना तो। उम्मीद है तुहानूं पसंद आएगी। तुसीं इन्हां दा स्क्रीनशॉट लैके भी याद कर सकते हो और तुसीं इन्हां नूं लिख के भी देख सकते हो, स्टॉप कर करके वीडियोज़ नूं। ते मैं तुहाडे सारे तो यही कहांगा कि चीज़ां नूं लिख के देखो। जिस चीज़ नूं आपां लिख के वेखदे हां वो साडे माइंड 'च ज़्यादा देर तक रहिंदा है। राइट, मिलते हैं फिर अगले वीडियो च। टिल देन टेक केयर, बाय बाय, डू शेयर विद योर फ्रेंड्स।